ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਅੱਜ ਅਸੀਂ ਨਵਾਂ ਟੌਪਿਕ ਸ਼ੁਰੂ ਕਰਨ ਜਾ ਰਹੇ ਹਾਂ। ਸੈਕਿੰਡ ਚੈਪਟਰ ਦਾ ਫ੍ਰੈਂਚ ਰੈਵੋਲਿਊਸ਼ਨ ਦਾ ਇਕਨੋਮਿਕ ਐਂਡ ਇੰਟੈਲੈਕਚੁਅਲ ਕਾਜ਼ਿਜ਼ ਆਫ ਫ੍ਰੈਂਚ ਰੈਵੋਲਿਊਸ਼ਨ। ਫਰਾਂਸ ਦੀ ਕ੍ਰਾਂਤੀ ਦੇ ਆਰਥਿਕ ਅਤੇ ਬੌਧਿਕ ਕਾਰਨ ਕੀ ਸੀਗੇ, ਕਿਵੇਂ ਵਿਦਵਾਨਾਂ ਨੇ ਫਰਾਂਸ ਦੀ ਕ੍ਰਾਂਤੀ ਦੇ ਵਿੱਚ ਯੋਗਦਾਨ ਪਾਇਆ ਅਤੇ ਆਰਥਿਕ ਕਾਰਨ ਜਿਹੜੇ ਨੇ ਉਹ ਕਿਵੇਂ ਫਰਾਂਸ ਦੀ ਕ੍ਰਾਂਤੀ ਲਈ ਜ਼ਿੰਮੇਵਾਰ ਬਣੇ। ਸਭ ਤੋਂ ਪਹਿਲਾਂ ਅਸੀਂ ਕਰਾਂਗੇ ਫਰਾਂਸ ਦੀ ਕ੍ਰਾਂਤੀ ਦੇ ਆਰਥਿਕ ਕਾਰਨ। ਫਸਟ ਪੁਆਇੰਟ ਹੈ ਅਸੰਤੋਖ ਕ੍ਰਿਸ਼ੀ ਅਵਸਥਾ। ਕ੍ਰਿਸ਼ੀ ਮੀਨ ਖੇਤੀਬਾੜੀ। ਫਰਾਂਸ ਦੀ ਖੇਤੀਬਾੜੀ ਪੁਰਾਣੇ ਢੰਗ ਦੀ ਸੀ, ਸੰਤੋਖਜਨਕ ਨਹੀਂ ਸੀ। ਇਹ ਵਿਵਸਥਾ ਸਾਮੰਤੀ ਨਿਯਮਾਂ ਦੇ ਉੱਤੇ ਆਧਾਰਿਤ ਸੀ। ਸਾਮੰਤ ਜਾਂ ਜਗੀਰਦਾਰ ਆਪਣੇ ਇਲਾਕੇ ਦਾ ਮੁਖੀ ਹੁੰਦਾ ਸੀ। ਉਸਨੂੰ ਸਮਰਾਟ ਵੱਲੋਂ ਥੋੜ੍ਹਾ ਏਰੀਆ ਮਿਲਿਆ ਹੋਇਆ ਹੁੰਦਾ ਸੀਗਾ, ਜਿਸ ਦਾ ਕਿ ਉਹ ਮਾਲਕ ਹੁੰਦਾ ਸੀਗਾ, ਮੁਖੀ ਹੁੰਦਾ ਸੀਗਾ। ਉਸ ਇਲਾਕੇ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਕਿਸਾਨ ਹੁੰਦੇ ਸੀ ਉਹ ਸਾਰੇ ਸਾਮੰਤ ਦੇ ਅਧੀਨ ਹੁੰਦੇ ਸੀ। ਕੁਝ ਕਿਸਾਨ ਤਾਂ ਸਾਮੰਤਾਂ ਦੇ ਮੁਜ਼ਾਰਿਆਂ ਦੇ ਰੂਪ ਵਿੱਚ ਵੀ ਕੰਮ ਕਰਦੇ ਸੀਗੇ, ਕੁਝ ਜਿਹੜੇ ਸੀ ਉਹ ਦਾਸਾਂ ਦੇ ਰੂਪ ਵਿੱਚ, ਅਤੇ ਕਈ ਜਿਹੜੇ ਸੀ ਉਹ ਜ਼ਮੀਨਾਂ ਦੇ ਮਾਲਕ ਵੀ ਹੁੰਦੇ ਸੀ। ਕੇਵਲ ਮੁਜ਼ਾਰਿਆਂ ਨੂੰ ਹੀ ਨਹੀਂ, ਸਗੋਂ ਭੂਮੀ ਦੇ ਮਾਲਕ ਕਿਸਾਨ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਵੀ ਸਰਕਾਰ ਅਤੇ ਸਾਮੰਤਾਂ ਨੂੰ ਬਹੁਤ ਤਰ੍ਹਾਂ ਦੇ ਟੈਕਸ ਦੇਣੇ ਪੈਂਦੇ ਸੀ। ਦੂਸਰੇ ਨੰਬਰ 'ਤੇ ਸਾਮੰਤ ਜਿਹੜੇ ਸੀ ਭੂਮੀ ਦੀ ਪੈਦਾਵਾਰ ਨੂੰ ਵਧਾਉਣ ਲਈ ਕੋਈ ਵੀ ਕੋਸ਼ਿਸ਼ ਨਹੀਂ ਸੀ ਕਰਦੇ। ਕਿਸਾਨ ਵਿਚਾਰੇ ਤਾਂ ਪਹਿਲਾਂ ਹੀ ਗਰੀਬ ਸੀ, ਅਸੰਤੁਸ਼ਟ ਸੀ, ਉਹਨਾਂ 'ਤੇ ਬਹੁਤ ਸਾਰੇ ਟੈਕਸ ਲੱਗੇ ਹੋਏ ਸੀਗੇ। ਇਸ ਕਰਕੇ ਪੈਦਾਵਾਰ ਨੂੰ ਵਧਾਉਣ ਲਈ ਉਹਨਾਂ ਦੇ ਵਿੱਚ ਵੀ ਕੋਈ ਵੀ ਰੁਚੀ ਨਹੀਂ ਸੀਗੀ। ਬਾਕੀ ਖੇਤੀਬਾੜੀ ਕਰਨ ਦੇ ਢੰਗ ਵੀ ਜਿਹੜੇ ਸੀ ਉਹ ਪੁਰਾਣੇ ਸੀਗੇ। ਕਿਸਾਨ ਵਾਹੀ ਲਈ ਚੰਗੇ ਹਲਾਂ ਅਤੇ ਸੰਦਾਂ ਦੀ ਵਰਤੋਂ ਨਹੀਂ ਸੀ ਕਰਦੇ। ਉਹਨਾਂ ਦੇ ਖੇਤਾਂ ਵਿੱਚ ਵਰਤੀ ਜਾਣੀ ਵਾਲੀ ਖਾਦ ਅਤੇ ਬੀਜ ਵੀ ਜਿਹੜੇ ਸੀ ਉਹ ਘਟੀਆ ਕਿਸਮ ਦੇ ਹੁੰਦੇ ਸੀਗੇ। ਉਹਨਾਂ ਨੂੰ ਬਦਲ ਕੇ ਫਸਲਾਂ ਕਿਵੇਂ ਬੀਜਣੀਆਂ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ, ਅਤੇ ਉਹ 1 ਜਾਂ 2 ਫਸਲਾਂ ਤੋਂ ਬਾਅਦ ਥੋੜ੍ਹੇ ਸਮੇਂ ਵਾਸਤੇ ਖੇਤ ਨੂੰ ਖਾਲੀ ਛੱਡ ਦਿੰਦੇ ਸੀਗੇ। ਪਸ਼ੂਆਂ ਦੀ ਪਾਲਣਾ ਵੀ ਜਿਹੜੀ ਸੀ ਉਹ ਪੁਰਾਣੇ ਢੰਗ ਨਾਲ ਕਰਦੇ ਸੀ। ਉਹਨਾਂ ਦੇ ਗੱਡਿਆਂ ਦੇ ਧੁਰੇ ਲੋਹੇ ਦੇ ਨਹੀਂ ਹੁੰਦੇ ਸੀ, ਗੱਡਿਆਂ ਦੇ ਪਹੀਏ ਵੀ ਲੱਕੜੀ ਦੇ ਹੁੰਦੇ ਸੀਗੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਖੇਤੀਬਾੜੀ ਦੇ ਢੰਗ ਜਿਹੜੇ ਸੀ ਉਹ ਬਹੁਤ ਪੁਰਾਣੇ ਸੀਗੇ, ਅਤੇ ਖੇਤੀਬਾੜੀ ਨੂੰ ਵਧਾਉਣ ਦਾ ਕੋਈ ਯਤਨ ਜਿਹੜਾ ਸੀ ਸਾਮੰਤਾਂ ਅਤੇ ਕਿਸਾਨਾਂ ਵੱਲੋਂ ਨਹੀਂ ਕੀਤਾ ਜਾ ਰਿਹਾ ਸੀ। ਸੈਕਿੰਡ ਪੁਆਇੰਟ ਹੈ ਦੋਸ਼ਪੂਰਨ ਗਿਲਡ ਪ੍ਰਣਾਲੀ। ਫਰਾਂਸ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਵਸਤੂਆਂ ਤਿਆਰ ਕੀਤੀਆਂ ਜਾਂਦੀਆਂ ਸੀਗੀਆਂ। ਵਸਤੂਆਂ ਤਿਆਰ ਕਰਨ ਵਾਲੇ ਇਹਨਾਂ ਲੋਕਾਂ ਨੇ ਆਪਣੀ ਆਰਗੇਨਾਈਜੇਸ਼ਨ, ਆਪਣੇ ਸੰਘ ਜਾਂ ਆਪਣੇ ਗਿਲਡ ਬਣਾਏ ਹੋਏ ਸੀਗੇ। ਹਰੇਕ ਗਿਲਡ ਜਾਂ ਸੰਘ ਦੇ ਆਪਣੇ ਆਪਣੇ ਨਿਯਮ ਹੁੰਦੇ ਸੀ, ਆਪਣੇ ਰੂਲਸ ਹੁੰਦੇ ਸੀ ਜਿਹੜੇ ਕਿ ਬੜੇ ਕਠੋਰ ਹੁੰਦੇ ਸੀ, ਜਿਨ੍ਹਾਂ ਅਨੁਸਾਰ ਕੰਮ ਦੇ ਕਿੰਨੇ ਘੰਟੇ ਕੰਮ ਕਰਨਾ ਆ, ਤਿਆਰ ਹੋਣ ਵਾਲੀਆਂ ਚੀਜ਼ਾਂ ਜਿਹੜੀਆਂ ਉਹਨਾਂ ਦਾ ਸੈਂਪਲ ਕਿੱਦਾਂ ਦਾ ਹੋਣਾ ਚਾਹੀਦਾ, ਅਤੇ ਉਹਨਾਂ ਦੀਆਂ ਕੀਮਤਾਂ ਕਿੰਨੀਆਂ ਤੈਅ ਕਰਨੀਆਂ। ਇਹ ਸਾਰਾ ਕੁਛ ਜਿਹੜਾ ਸੀ ਹਰ ਇੱਕ ਗਿਲਡ ਦੇ ਅੰਡਰ ਕੰਟਰੋਲ ਹੁੰਦਾ ਸੀਗਾ। ਨਵਾਂ ਵਿਅਕਤੀ ਕੋਈ ਵੀ ਜਦੋਂ ਇਸ ਗਿਲਡ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਸੀ ਤਾਂ ਕਿੰਨੇ ਸਾਲ ਪਹਿਲਾਂ ਉਹਨੂੰ ਆਪਣੇ ਉਸਤਾਦ ਦੇ ਸ਼ਾਗਿਰਦੀ ਦੇ ਰੂਪ ਵਿੱਚ ਕੰਮ ਕਰਨਾ ਪੈਂਦਾ ਸੀ। ਪਹਿਲਾਂ ਛੋਟੇ ਕੰਮ ਕਰਨੇ ਪੈਂਦੇ ਸੀ, ਉਸ ਤੋਂ ਬਾਅਦ ਹੀ ਉਹ ਐਕਸਪਰਟ ਬਣਦਾ ਸੀਗਾ। ਸਾਰੇ ਸ਼ਿਲਪੀਆਂ ਅਤੇ ਕਾਰੀਗਰਾਂ ਨੂੰ ਜਿਹੜੇ ਵੀ ਗਿਲਡ ਦੇ ਉਹ ਮੈਂਬਰ ਹੁੰਦੇ ਸੀ ਉਹਨਾਂ ਨਿਯਮਾਂ ਦਾ ਸਖਤੀ ਦੇ ਨਾਲ ਪਾਲਣਾ ਕਰਨਾ ਪੈਂਦੀ ਸੀ, ਔਰ ਉਹਨਾਂ ਵਿੱਚੋਂ ਨਾ ਤਾਂ ਕੋਈ ਆਪਣੀ ਮਰਜ਼ੀ ਦੇ ਅਨੁਸਾਰ ਤਿਆਰ ਹੋਣ ਵਾਲੀ ਕੋਈ ਵਸਤੂ ਵੇਚ ਸਕਦਾ ਸੀ, ਅਤੇ ਨਾ ਹੀ ਉਹਨਾਂ ਦੇ ਸੈਂਪਲ ਨੂੰ ਚੇਂਜ ਕਰ ਸਕਦਾ ਸੀ। ਮੰਨ ਲਓ ਕਿ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਤੋਂ ਵਸਤੂਆਂ ਤਿਆਰ ਹੋ ਰਹੀਆਂ ਸੀਗੀਆਂ, ਉਹਨਾਂ ਦੇ ਸੈਂਪਲ ਨੂੰ ਬਿਲਕੁਲ ਵੀ ਚੇਂਜ ਨਹੀਂ ਕੀਤਾ ਜਾ ਸਕਦਾ। ਕਿਸੇ ਚੀਜ਼ ਦੇ ਮਾਡਲ ਨੂੰ ਚੇਂਜ ਨਹੀਂ ਸੀ ਕੀਤਾ ਜਾ ਸਕਦਾ ਆਪਣੀ ਮਰਜ਼ੀ ਦੇ ਅਨੁਸਾਰ। ਉਹਦੇ ਲਈ ਗਿਲਡ ਦਾ ਜਿਹੜਾ ਮੁਖੀਆ ਹੁੰਦਾ ਸੀਗਾ ਉਹਦੇ ਤੋਂ ਆਗਿਆ ਲੈਣੀ ਪੈਂਦੀ ਸੀ, ਅਤੇ ਨਾ ਹੀ ਕੋਈ ਨਵੀਂ ਵਸਤੂ ਤਿਆਰ ਕੀਤੀ ਜਾ ਸਕਦੀ ਸੀ। ਸੋ ਇਹ ਪ੍ਰਣਾਲੀ ਜਿਹੜੀ ਸੀ ਦੋਸ਼ਪੂਰਨ ਸੀ, ਇਸ ਕਰਕੇ ਇਹਦੇ ਵਿੱਚ ਕਮੀਆਂ ਸੀ। ਇਹਦੇ ਵਿੱਚ ਪ੍ਰੋਗਰੈਸ ਦੇ ਚਾਂਸਿਸ ਜਿਹੜੇ ਸੀ ਉਹ ਬਹੁਤ ਘੱਟ ਸੀਗੇ। ਇਸ ਅਨੁਸਾਰ ਉਸਤਾਦ ਆਪਣੇ ਸ਼ਾਗਿਰਦਾਂ ਦੀ ਹਮੇਸ਼ਾ ਐਕਸਪਲੋਇਟੇਸ਼ਨ ਕਰਦੇ ਸੀਗੇ, ਉਹਨਾਂ ਤੋਂ ਜ਼ਿਆਦਾ ਕੰਮ ਕਰਵਾਉਂਦੇ ਸੀ ਅਤੇ ਪੈਸੇ ਉਹਨਾਂ ਨੂੰ ਘੱਟ ਦਿੰਦੇ ਸੀਗੇ। ਉਸ ਟਾਈਮ ਦੇ ਉੱਤੇ ਫਰਾਂਸ ਵਿੱਚ ਚੀਜ਼ਾਂ ਹੱਥਾਂ ਨਾਲ ਤਿਆਰ ਹੁੰਦੀਆਂ ਸੀਗੀਆਂ, ਮਸ਼ੀਨਾਂ ਨਹੀਂ ਹੁੰਦੀਆਂ ਸੀਗੀਆਂ, ਜਿਸ ਕਰਕੇ ਵੱਡੇ ਲੈਵਲ ਦੇ ਉੱਤੇ ਮੰਨ ਲਓ ਚੀਜ਼ਾਂ ਬਣਾ ਕੇ ਜੇ ਵੇਚਣੀਆਂ ਹੋਣ ਤਾਂ ਉਹ ਪੋਸੀਬਲ ਨਹੀਂ ਸੀ। ਵੱਡੇ ਸ਼ਹਿਰਾਂ ਨੂੰ ਚੀਜ਼ਾਂ ਭੇਜਣੀਆਂ, ਸਮੁੰਦਰ ਪਾਰ ਬਸਤੀਆਂ ਦੇ ਵਿੱਚ ਭੇਜਣਾ, ਉਹ ਚੀਜ਼ ਜਿਹੜੀ ਸੀ ਉਸ ਵੇਲੇ ਫਰਾਂਸ ਦੇ ਵਿੱਚ ਪੋਸੀਬਲ ਨਹੀਂ ਸੀਗੀ ਕਿ ਵੱਡੇ ਲੈਵਲ ਦੇ ਉੱਤੇ ਉਹਨਾਂ ਚੀਜ਼ਾਂ ਦਾ ਵਪਾਰ ਨਹੀਂ ਸੀ ਕੀਤਾ ਜਾ ਸਕਦਾ। ਇਸ ਕਰਕੇ ਨਾ ਤਾਂ ਉਦਯੋਗ ਦਾ ਅਤੇ ਨਾ ਹੀ ਵਪਾਰ ਦਾ ਆਧੁਨਿਕ ਢੰਗ ਨਾਲ ਉੱਥੇ ਵਿਕਾਸ ਨਹੀਂ ਹੋ ਸਕਿਆ। ਉਸ ਤੋਂ ਬਾਅਦ ਤੀਸਰਾ ਹੈ ਵਪਾਰ ਦੇ ਉੱਤੇ ਬੰਦਿਸ਼ਾਂ। ਫਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਫਰਾਂਸ ਦੇ ਦੇਸ਼ ਅੰਦਰ ਹੀ ਅੰਦਰੂਨੀ ਵਪਾਰ ਦੇ ਉੱਤੇ ਬਹੁਤ ਸਾਰੀਆਂ ਬੰਦਿਸ਼ਾਂ ਲੱਗੀਆਂ ਹੋਈਆਂ ਸੀਗੀਆਂ। ਜਦੋਂ ਚੀਜ਼ ਨੂੰ ਕਿਸੇ ਨੂੰ ਬਣਾ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਲੈ ਕੇ ਜਾਣਾ ਹੁੰਦਾ ਸੀ ਤਾਂ ਇਹਨਾਂ ਵਸਤੂਆਂ ਦੇ ਉੱਤੇ ਬਹੁਤ ਸਾਰੇ ਟੈਕਸ ਲੱਗੇ ਹੋਏ ਹੁੰਦੇ ਸੀਗੇ। ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੀ ਚੁੰਗੀ ਕਰ ਲਏ ਜਾਂਦੇ ਸੀਗੇ। ਚੁੰਗੀ ਕਰਕੇ ਇਹਨੂੰ ਕਹਿੰਦੇ ਆ, ਜਿਵੇਂ ਆਪਣੇ ਇੱਕ ਸਿਟੀ ਤੋਂ ਦੂਸਰੀ ਸਿਟੀ ਦੇ ਵਿੱਚ ਜਾਣਾ ਅਸੀਂ ਟੋਲ ਪਲਾਜ਼ੇ ਬਣੇ ਹੁੰਦੇ ਆ, ਉਸ ਟਾਈਮ ਦੇ ਉੱਤੇ ਵੀ ਜਿਹੜੇ ਸੀ ਇਸ ਤਰ੍ਹਾਂ ਦੇ ਚੁੰਗੀ ਕਰ ਜਿਹੜੇ ਸੀ ਉਹ ਬਣੇ ਹੋਏ ਹੁੰਦੇ ਸੀ, ਜਿੱਥੋਂ ਕਿ ਜਿਹੜੇ ਜਾਣ ਵਾਲੇ ਸਾਧਨ ਹੁੰਦੇ ਸੀਗੇ, ਵਹੀਕਲ ਹੁੰਦੇ ਸੀਗੇ, ਉਹਨਾਂ ਤੋਂ ਟੈਕਸ ਵਸੂਲ ਕੀਤਾ ਜਾਂਦਾ ਸੀਗਾ। ਮੇਲਿਆਂ ਅਤੇ ਮੰਡੀਆਂ ਦੇ ਵਿੱਚ ਵੀ ਸਾਮੰਤ ਲੋਕ ਜਿਹੜੇ ਹੁੰਦੇ ਸੀਗੇ ਉਹ ਵਪਾਰੀਆਂ ਦੇ ਕੋਲੋਂ ਟੈਕਸ ਵਸੂਲ ਕਰਦੇ ਸੀਗੇ। ਸਾਰੇ ਦੇਸ਼ ਵਿੱਚ ਚੀਜ਼ ਨੂੰ ਮਾਪਣ ਅਤੇ ਤੋਲ ਦੇ ਪੈਮਾਨੇ ਜਿਹੜੇ ਸੀ ਵੱਖਰੇ ਹੁੰਦੇ ਸੀਗੇ।
ਫਰਾਂਸ ਦੇ ਮੱਧ ਵਰਗ ਦੇ ਵਪਾਰੀ ਕਵੇਸ ਨੇ ਤੇ ਤੁਰਗੋ ਵਰਗੇ ਜਿਹੜੇ ਅਰਥ ਸ਼ਾਸਤਰੀ ਸੀਗੇ, ਇਹ ਸਾਰੇ ਅੰਦਰੂਨੀ ਵਪਾਰ ਉੱਤੇ ਜਿੰਨੀਆਂ ਵੀ ਬੰਦਿਸ਼ਾਂ ਲੱਗੀਆਂ ਸੀ ਇਹਨਾਂ ਨੂੰ ਹਟਾਉਣ ਦੇ ਪੱਖ ਵਿੱਚ ਸੀਗੇ। ਉਹਨਾਂ ਦਾ ਕਹਿਣਾ ਸੀ ਕਿ ਵਪਾਰ ਜਿਹੜਾ ਹੈ ਸੁਤੰਤਰ ਹੋਣਾ ਚਾਹੀਦਾ ਹੈ ਤੇ ਮਾਪ ਤੋਲ ਦੇ ਸਾਧਨ ਆ ਜਿਹੜੇ ਸਾਰੇ ਫਰਾਂਸ ਵਿੱਚ ਇੱਕੋ ਜਿਹੇ ਹੋਣੇ ਚਾਹੀਦੇ ਆ। ਨੈਕਸਟ ਹੈ ਗਰੀਬੀ ਤੇ ਮਹਿੰਗਾਈ। ਫਰਾਂਸ ਦੀ ਕ੍ਰਾਂਤੀ ਦਾ ਇੱਕ ਹੋਰ ਕਾਰਨ ਹੈ ਦੇਸ਼ ਵਿੱਚ ਵੱਧ ਰਹੀ ਗਰੀਬੀ ਤੇ ਮਹਿੰਗਾਈ। ਉੱਚੇ ਵਰਗ ਦੇ ਪਾਦਰੀਆਂ, ਕੁਲੀਨਾਂ ਤੇ ਮੱਧ ਸ਼੍ਰੇਣੀ ਦੇ ਸ਼ਾਹੂਕਾਰ ਵਪਾਰੀਆਂ ਨੂੰ ਛੱਡ ਕੇ, ਕਿਉਂਕਿ ਇਹ ਸਾਰੇ ਤਾਂ ਅਮੀਰ ਲੋਕ ਹੁੰਦਾ ਸੀ, ਬੜਾ ਪੈਸਾ ਹੁੰਦਾ ਸੀ, ਆਮਦਨ ਦੇ ਬਹੁਤ ਸਾਰੇ ਸਾਧਨ ਹੁੰਦੇ ਸੀਗੇ, ਬਾਕੀ ਲੋਕਾਂ ਦੀ ਹਾਲਤ ਜਿਹੜੀ ਸੀ ਬੜੀ ਖਰਾਬ ਹੁੰਦੀ ਸੀਗੀ। ਦੇਸ਼ ਦੇ ਬਹੁਤ ਸਾਰੇ ਕਿਸਾਨ, ਮਜ਼ਦੂਰ, ਸ਼ਿਲਪੀ, ਕਾਰੀਗਰ ਇਹ ਵੀ ਬਹੁਤ ਜ਼ਿਆਦਾ ਗਰੀਬ ਸੀ। ਜੀਵਨ ਲਈ ਜ਼ਰੂਰੀ ਵਸਤੂਆਂ ਦੀਆਂ ਚੀਜ਼ਾਂ ਜਿਹੜੀਆਂ ਸੀ ਇਹਨਾਂ ਨੂੰ ਮਿਲਦੀਆਂ ਨਹੀਂ ਸੀ ਹੁੰਦੀਆਂ ਤੇ ਚੀਜ਼ਾਂ ਵੈਸੇ ਵੀ ਬਹੁਤ ਮਹਿੰਗੀਆਂ ਸੀਗੀਆਂ, ਜਿਸ ਕਰਕੇ ਲੋਕ ਜਿਹੜੀ ਸੀ ਉਹ ਭੁੱਖਮਰੀ ਦਾ ਸ਼ਿਕਾਰ ਹੋਣ ਲੱਗ ਪਏ। ਉਸ ਤੋਂ ਬਿਨਾਂ ਫਰਾਂਸ ਵਿੱਚ ਉਸ ਟਾਈਮ ਦੇ ਉੱਤੇ ਚਿਕਨ ਪੌਕਸ, ਜਿਹਨੂੰ ਆਪਾਂ ਸੀਤਲਾ ਮਾਤਾ ਵੀ ਕਹਿੰਦੇ ਹਾਂ, ਇਹ ਇੱਕ ਬਿਮਾਰੀ ਫੈਲ ਗਈ ਔਰ ਇਹ ਬਿਮਾਰੀ ਅਤੇ ਇਸ ਤੋਂ ਇਲਾਵਾ ਭੁੱਖ ਦੀ ਬਿਮਾਰੀ ਜਿਹੜੀ ਸੀ ਉਹ ਭਾਵ ਕਿ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਸੀਗੇ ਲੋਕ। ਅਨਾਜ ਦੀਆਂ ਕੀਮਤਾਂ ਵੱਧ ਗਈਆਂ, ਰੋਟੀ ਦੀਆਂ ਕੀਮਤਾਂ ਵੱਧ ਗਈਆਂ। ਫਰਾਂਸ ਦੇ ਵੱਖ-ਵੱਖ ਭਾਗਾਂ ਵਿੱਚ ਅਨਾਜ ਵਾਸਤੇ ਦੰਗੇ ਫਸਾਦ ਹੋ ਗਏ। ਅਪ੍ਰੈਲ ਮਈ 1785 ਵਿੱਚ ਕਣਕ, ਆਟੇ ਤੇ ਰੋਟੀ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਰਕੇ ਫਸਾਦ ਖਾਸ ਤੌਰ 'ਤੇ ਹੋਏ। ਇਹ ਜਿਹੜੇ ਫਸਾਦ ਸੀ ਵਰਸਾਏ, ਪੈਰਿਸ, ਫਰਾਂਸ ਤੇ ਬਹੁਤ ਸਾਰੇ ਹੋਰ ਨਗਰਾਂ ਤੇ ਪਿੰਡਾਂ ਦੇ ਵਿੱਚ ਹੋਏ ਸੀ। ਲੋਕਾਂ ਦੀ ਗਰੀਬੀ ਤੇ ਮਹਿੰਗਾਈ ਕਰਕੇ ਅਨਾਜ ਸੰਬੰਧੀ ਫਸਾਦ 1788-99 ਦੇ ਵਿੱਚ ਵੀ ਹੋਏ ਸੀਗੇ। ਉਸ ਤੋਂ ਬਾਅਦ ਹੈ 1788 ਦਾ ਭਿਆਨਕ ਕਾਲ। 1788 ਈਸਵੀ ਵਿੱਚ ਫਸਲਾਂ ਤਬਾਹ ਹੋ ਗਈਆਂ ਫਰਾਂਸ ਦੇ ਵਿੱਚ ਤੇ ਅਕਾਲ ਪੈ ਗਿਆ। ਅਕਾਲ ਪੈਣ ਨਾਲ ਕੀ ਹੋਇਆ, ਪਿੰਡਾਂ ਤੇ ਸ਼ਹਿਰਾਂ ਦੇ ਗਰੀਬ ਲੋਕਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ। ਅਨਾਜ ਤੇ ਰੋਟੀ ਦੀਆਂ ਕੀਮਤਾਂ ਫਿਰ ਵੱਧ ਗਈਆਂ ਤੇ ਉਹਨਾਂ ਲਈ ਢਿੱਡ ਭਰ ਕੇ ਭੋਜਨ ਖਾਣਾ ਔਖਾ ਹੋ ਗਿਆ। ਗਰੀਬ ਤੇ ਭੁੱਖੇ ਲੋਕਾਂ ਨੇ ਆਪਣੇ ਦੁੱਖਾਂ ਲਈ ਸਰਕਾਰ ਨੂੰ ਜ਼ਿੰਮੇਵਾਰ ਮੰਨਿਆ, ਅਮੀਰ ਲੋਕਾਂ ਨੂੰ ਜ਼ਿੰਮੇਵਾਰ ਮੰਨਿਆ ਕਿ ਇਹ ਲੋਕ ਤਾਂ ਵਧੀਆ ਜੀਵਨ ਬਿਤਾ ਰਹੇ ਆ ਪਰੰਤੂ ਅਸੀਂ ਭੁੱਖੇ ਮਰ ਰਹੇ ਹਾਂ। ਪਿੰਡਾਂ ਵਿੱਚ ਮਾਰਚ ਤੋਂ ਲੈ ਕੇ ਜੁਲਾਈ ਤੱਕ 1799 ਈਸਵੀ ਦੌਰਾਨ ਗਰੀਬ ਕਿਸਾਨਾਂ ਤੇ ਕੁਲੀਨਾਂ ਵਿਚਕਾਰ ਜਿਹੜੇ ਸੀ ਉਹ ਦੰਗੇ ਹੋਏ, ਭਾਵ ਕਿ ਕਿਸਾਨਾਂ ਨੇ ਕੁਲੀਨਾਂ ਦੇ ਵਿਰੁੱਧ ਵਿਦਰੋਹ ਕਰ ਦਿੱਤੇ। ਸ਼ਹਿਰਾਂ ਵਿੱਚ ਵੀ ਦੇਖ ਲਓ ਕਿ ਮਜ਼ਦੂਰਾਂ ਤੇ ਦੂਜੇ ਗਰੀਬ ਲੋਕਾਂ ਨੇ ਅਨਾਜ ਦੀਆਂ ਮੰਡੀਆਂ ਤੇ ਬੇਕਰੀ ਦੀਆਂ ਦੁਕਾਨਾਂ ਉੱਤੇ ਹਮਲੇ ਕਰਤੇ। ਫਸਾਦੀਆਂ ਵਿਰੁੱਧ ਇਹਨਾਂ ਫਸਾਦਾਂ ਨੂੰ ਰੋਕਣ ਵਾਸਤੇ ਜਿਹੜੇ ਲੋਕ ਵਿਦਰੋਹ ਕਰ ਰਹੇ ਸੀ, ਦੰਗੇ ਫਸਾਦ ਕਰ ਰਹੇ ਸੀਗੇ, ਉਹ ਤਾਂ ਵਿਚਾਰੇ ਭੁੱਖ ਤੋਂ ਪਰੇਸ਼ਾਨ ਹੋ ਕੇ ਕਰ ਰਹੇ ਸੀਗੇ, ਲੇਕਿਨ ਉਸ ਸਮੇਂ ਸਮਰਾਟ ਵੱਲੋਂ ਸੈਨਿਕਾਂ ਨੂੰ ਭੇਜਿਆ ਗਿਆ। ਸੈਨਿਕ ਵਿਚਾਰੇ ਜਿਹੜੇ ਸੀਗੇ ਉਹਨਾਂ ਨੂੰ ਇਸ ਤਰ੍ਹਾਂ ਗਰੀਬ ਲੋਕਾਂ ਨੂੰ ਭੁੱਖਣ ਭਾਣੇ ਜਿਹੜੇ ਕਿ ਲੜ ਰਹੇ ਸੀਗੇ ਆਪਣੀ ਰੋਟੀ ਵਾਸਤੇ, ਅਨਾਜ ਵਾਸਤੇ, ਉਹਨਾਂ ਨੂੰ ਦੇਖ ਕੇ ਤਰਸ ਆ ਗਿਆ ਅਤੇ ਉਹ ਵਿਚਾਰੇ ਆਪ ਜਿਹੜੇ ਸੀ ਸੈਨਿਕ ਉਹ ਮਹਿੰਗੇ ਅਨਾਜ ਕਰਕੇ ਬਹੁਤ ਜ਼ਿਆਦਾ ਦੁਖੀ ਸੀਗੇ। ਭੁੱਖ ਤੋਂ ਤੰਗ ਆ ਕੇ ਹੋਰ ਬਹੁਤ ਸਾਰੇ ਲੁਟੇਰੇ ਵੀ ਜਿਹੜੇ ਸੀ ਉਹ ਨਾਲ ਰਲ ਗਏ ਇਹਨਾਂ ਦੰਗਾ ਫਸਾਦੀਆਂ ਦੇ। ਇਸ ਤਰ੍ਹਾਂ ਸਟੇਟਸ ਜਨਰਲ ਦਾ ਸਮਾਗਮ ਬੁਲਾਉਣ ਤੋਂ ਪਹਿਲਾਂ ਹੀ ਫਰਾਂਸ ਦੇ ਵੱਖ-ਵੱਖ ਭਾਗਾਂ ਵਿੱਚ ਬਹੁਤ ਸਾਰੇ ਵਿਦਰੋਹ ਜਿਹੜੇ ਸੀ ਉਹ ਆਰੰਭ ਹੋ ਗਏ ਤੇ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਲੂਈ 16ਵੇਂ ਦੇ ਸ਼ਾਸਨ ਕਾਲ ਵਿੱਚ ਸਰਕਾਰ ਨੂੰ ਬਹੁਤ ਜ਼ਿਆਦਾ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਗਿਆ। ਤੁਰਗੋ, ਨੈਕਰ, ਬਰਾਈਨਾਂ ਦੇ ਮੰਤਰੀਆਂ ਨੇ ਇਸ ਸੰਕਟ ਨੂੰ ਦੂਰ ਕਰਨ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਪਰੰਤੂ ਕੁਲੀਨਾਂ ਦੀ ਸੰਸਥਾ ਪਾਰਲੀਮਾ ਦੇ ਪ੍ਰਬਲ ਵਿਰੋਧ ਕਰਕੇ ਇਹ ਯਤਨ ਜਿਹੜੇ ਸੀ ਫੇਲ ਹੋ ਗਏ। ਆਰਥਿਕ ਸੰਕਟ ਜਿਹੜਾ ਸੀ ਉਹ ਇਸ ਕ੍ਰਾਂਤੀ ਦਾ ਤਤਕਾਲੀਨ ਕਾਰਨ ਬਣਿਆ। ਉਸ ਤੋਂ ਨੈਕਸਟ ਅਸੀਂ ਚੱਲਦੇ ਹਾਂ ਫਰਾਂਸ ਦੀ ਕ੍ਰਾਂਤੀ ਦੇ ਬੌਧਿਕ ਕਾਰਨ ਕਿ ਕਿਵੇਂ ਜਿਹੜਾ ਸੀ ਉਹ ਵਿਦਵਾਨਾਂ ਨੇ ਤੇ ਫਿਲੋਸਫਰਾਂ ਨੇ ਫਰਾਂਸ ਦੀ ਕ੍ਰਾਂਤੀ ਨੂੰ ਲਿਆਉਣ ਦੇ ਵਿੱਚ ਯੋਗਦਾਨ ਪਾਇਆ। ਕਈ ਵਾਰ ਤੁਹਾਨੂੰ ਕੁਐਸਚਨ ਆ ਜਾਂਦਾ ਹੁੰਦਾ ਪੇਪਰ ਦੇ ਵਿੱਚ ਕਿ ਫਰਾਂਸ ਦੀ ਕ੍ਰਾਂਤੀ ਦੇ ਵਿੱਚ ਫਿਲੋਸਫਰਾਂ ਦਾ ਜਾਂ ਬੌਧਿਕਤਾ ਦਾ ਜਿਹੜਾ ਸੀ ਉਹ ਕੀ ਯੋਗਦਾਨ ਸੀਗਾ ਜਾਂ ਵਿਦਵਾਨਾਂ ਦਾ ਕੀ ਯੋਗਦਾਨ ਸੀਗਾ ਤੇ ਇਸ ਦੀ ਆਲੋਚਨਾ ਜਿਹੜੀ ਉਹ ਕਰੋ। ਸੋ ਆਪਾਂ ਇੱਥੇ ਪੜ੍ਹਦੇ ਹਾਂ ਕਿ ਹੁਣ ਕਿਹੜੇ ਵਿਦਵਾਨਾਂ ਨੇ ਜਿਹੜਾ ਸੀ ਉਹ ਫਰਾਂਸ ਦੀ ਕ੍ਰਾਂਤੀ ਨੂੰ ਲਿਆਉਣ ਦੇ ਵਿੱਚ ਯੋਗਦਾਨ ਪਾਇਆ। 17ਵੀਂ ਤੇ 18ਵੀਂ ਸਦੀ ਨੂੰ ਟੋਟਲ ਮਿਲਾ ਕੇ ਯੂਰਪ ਦੇ ਇਤਿਹਾਸ ਵਿੱਚ ਪ੍ਰਬੁੱਧਤਾ ਦਾ ਯੁੱਗ ਮੰਨਿਆ ਜਾਂਦਾ, ਭਾਵ ਕਿ ਬੌਧਿਕਤਾ ਦਾ ਯੁੱਗ, ਜਦੋਂ ਕਿ ਲੋਕਾਂ ਨੂੰ ਜਿਹੜੀ ਸੀ ਉਹ ਸੋਝੀ ਆਉਣੀ ਸ਼ੁਰੂ ਹੋਈ, ਦਿਮਾਗੀ ਤੌਰ 'ਤੇ ਸਜਗ ਹੋਣੇ ਸ਼ੁਰੂ ਹੋਏ। ਇਸ ਯੁੱਗ ਵਿੱਚ ਵਿਦਵਾਨਾਂ ਨੇ, ਸਾਇੰਸਦਾਨਾਂ ਨੇ ਬਹੁਤ ਸਾਰੀਆਂ ਖੋਜਾਂ ਕੀਤੀਆਂ, ਲੇਖ ਲਿਖੇ, ਨਵੇਂ ਵਿਚਾਰ ਲੋਕਾਂ ਸਾਹਮਣੇ ਪੇਸ਼ ਕੀਤੇ, ਲੋਕਾਂ ਵਿੱਚ ਬੌਧਿਕ ਜਾਗਰਤੀ ਲਿਆਉਣ ਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਪਾਇਆ। ਇਸੇ ਕਾਲ ਦੇ ਵਿੱਚ ਫਰਾਂਸ ਵਿੱਚ ਵੀ ਬਹੁਤ ਸਾਰੇ ਵਿਦਵਾਨ ਹੋਏ, ਵਿਚਾਰਕ, ਫਿਲੋਸਫਰ, ਕਵੀ, ਨਾਟਕਕਾਰ, ਨਾਵਲਕਾਰ, ਪੱਤਰਕਾਰ, ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਫਰਾਂਸ ਦੇ ਸਾਹਿਤ ਦਾ ਬਹੁਤ ਜ਼ਿਆਦਾ ਵਿਕਾਸ ਕੀਤਾ ਤੇ ਇਹਨਾਂ ਵਿਦਵਾਨਾਂ ਨੂੰ ਹੀ ਅਸੀਂ ਫਿਲੋਸਫਰ ਵੀ ਕਹਿੰਦੇ ਹਾਂ ਕਿਉਂਕਿ ਵੱਖਰੇ ਤਰ੍ਹਾਂ ਦੇ ਵਿਚਾਰ ਜਿਹੜੇ ਸੀ ਇਹਨਾਂ ਨੇ ਲੋਕਾਂ ਸਾਹਮਣੇ ਪੇਸ਼ ਕੀਤੇ। ਇਹਨਾਂ ਵਿਦਵਾਨਾਂ ਨੇ ਬਹੁਤ ਸਾਰੇ ਟੌਪਿਕਸ ਦੇ ਉੱਤੇ ਕਿਤਾਬਾਂ ਲਿਖੀਆਂ, ਜਿਵੇਂ ਧਰਮ, ਨੈਤਿਕਤਾ, ਸ਼ਾਸਨ ਕਿਵੇਂ ਹੋਣਾ ਚਾਹੀਦਾ, ਸਿੱਖਿਆ, ਸਮਾਜਿਕ ਆਰਥਿਕ ਸਮੱਸਿਆਵਾਂ। ਇਸ ਤੋਂ ਇਲਾਵਾ ਕਈਆਂ ਨੇ ਤਾਂ ਫਰਾਂਸ ਦੀ ਨਿਰੰਕੁਸ਼ਤਾ ਉੱਤੇ ਆਧਾਰਿਤ ਦੋਸ਼ਪੂਰਨ ਸ਼ਾਸਨ ਵਿਵਸਥਾ ਦੀ ਗੱਲ ਕੀਤੀ। ਕੁਲੀਨਾਂ ਦੇ ਵਿਸ਼ੇਸ਼ ਅਧਿਕਾਰ ਖਤਮ ਹੋਣੇ ਚਾਹੀਦੇ ਹਨ, ਇਸ ਦੇ ਬਾਰੇ ਲਿਖਿਆ। ਚਰਚ ਦੀਆਂ ਬੁਰਾਈਆਂ ਬਾਰੇ ਲਿਖਿਆ। ਵਪਾਰ ਉੱਤੇ ਜਿਹੜੀਆਂ ਬੰਦਿਸ਼ਾਂ ਲੱਗੀਆਂ ਹੋਈਆਂ ਉਹਦੀ ਵੀ ਆਲੋਚਨਾ ਕੀਤੀ। ਰਾਜਨੀਤਿਕ ਤੇ ਸਮਾਜਿਕ ਢਾਂਚੇ ਵਿੱਚ ਕਿਵੇਂ ਪਰਿਵਰਤਨ ਲਿਆਉਣਾ ਚਾਹੀਦਾ ਇਹਦੇ ਬਾਰੇ ਵੀ ਉਹਨਾਂ ਨੇ ਲਿਖਿਆ। ਸੋ ਕੁੱਲ ਮਿਲਾ ਕੇ ਹਰ ਇੱਕ ਟੌਪਿਕ ਦੇ ਉੱਤੇ ਜਿਹੜੀ ਸੀ ਇਹਨਾਂ ਵਿਦਵਾਨਾਂ ਨੇ ਕੁਛ ਨਾ ਕੁਛ ਲਿਖਿਆ ਜ਼ਰੂਰ।
ਉਹਨਾਂ ਦੇ ਵਿਚਾਰਾਂ ਦੇ ਮੂਲ ਸਿਧਾਂਤ ਜਿਹੜੇ ਸੀ ਕਿਹਦੇ ਉੱਤੇ ਆਧਾਰਿਤ ਸੀ? ਤਰਕਸ਼ੀਲਤਾ ਦੇ ਉੱਤੇ, ਸਹਿਣਸ਼ੀਲਤਾ ਤੇ ਮਾਨਵਤਾ ਦੇ ਵਿਚਾਰਾਂ ਉੱਤੇ ਆਧਾਰਿਤ ਸੀਗੇ। ਫਰਾਂਸ ਦੇ ਮੱਧ ਸ਼੍ਰੇਣੀ ਦੇ ਪੜ੍ਹੇ ਲਿਖੇ ਲੋਕਾਂ ਦੇ ਹੱਥਾਂ ਵਿੱਚ ਜਦੋਂ ਇਹ ਪੁਸਤਕਾਂ ਆਈਆਂ ਤਾਂ ਇਹਨਾਂ ਕਿਤਾਬਾਂ ਨੂੰ ਪੜ੍ਹ ਕੇ ਉਹਨਾਂ ਦੇ ਵਿਚਾਰਾਂ ਵਿੱਚ ਬਹੁਤ ਜ਼ਿਆਦਾ ਪਰਿਵਰਤਨ ਆ ਗਿਆ। ਕਿਹਾ ਜਾਂਦਾ ਹੈ ਫਰਾਂਸੀਸੀ ਫਿਲਾਸਫਰਾਂ ਦੇ ਵਿਚਾਰਾਂ ਦੇ ਫਲਸਰੂਪ ਫਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਲੋਕਾਂ ਦੇ ਮਨਾਂ ਵਿੱਚ ਜਿਹੜੀ ਸੀ ਉਹ ਕ੍ਰਾਂਤੀ ਆ ਗਈ ਸੀ। ਜਿਵੇਂ ਕਹਿੰਦੇ ਕਿ ਕੋਈ ਵੀ ਕ੍ਰਾਂਤੀ ਜਾਂ ਕੋਈ ਵੀ ਘਟਨਾ ਹੋਣ ਤੋਂ ਪਹਿਲਾਂ ਉਹ ਸਾਡੇ ਮਨ ਵਿੱਚ ਵਾਪਰ ਜਾਂਦੀ ਹੈ, ਕਿਉਂਕਿ ਅਸੀਂ ਆਪਣੇ ਮਨ ਵਿੱਚ ਇਹ ਫੈਸਲਾ ਕਰ ਲੈਂਦੇ ਕਿ ਹੁਣ ਅਸੀਂ ਇਹ ਕੰਮ ਕਰਨਾ। 17ਵੀਂ ਤੇ 18ਵੀਂ ਸਦੀ ਵਿੱਚ ਬਹੁਤ ਸਾਰੇ ਵਿਦਵਾਨ ਹੋਏ ਫਰਾਂਸ ਦੇ ਵਿੱਚ। ਮੌਂਟੈਸਕਿਊ, ਵਾਲਤੇਰ, ਰੂਸੋ ਤੇ ਦਿਦਰੋ ਸਭ ਤੋਂ ਜ਼ਿਆਦਾ ਪ੍ਰਸਿੱਧ ਹੋਏ। ਇਹਨਾਂ ਵਿਦਵਾਨਾਂ ਨੂੰ ਫਰਾਂਸ ਦੀ ਕ੍ਰਾਂਤੀ ਦੇ ਪੈਗੰਬਰ ਵੀ ਮੰਨਿਆ ਜਾਂਦਾ। ਕਿਵੇਂ ਇਹਨਾਂ ਵਿਦਵਾਨਾਂ ਨੇ ਯੋਗਦਾਨ ਪਾਇਆ, ਇੱਕ ਇੱਕ ਕਰਕੇ ਆਪਾਂ ਜਾਣਦੇ ਇਹਨਾਂ ਬਾਰੇ। ਪਹਿਲਾ ਹੈ ਬੈਰਨ ਦਾ ਮੌਂਟੈਸਕਿਊ। ਮੌਂਟੈਸਕਿਊ ਬਾਰੇ ਅਸੀਂ ਪੜ੍ਹਦੇ ਹਾਂ। ਬੈਰਨ ਦਾ ਮੌਂਟੈਸਕਿਊ ਦਾ ਜਨਮ 1699 ਵਿੱਚ ਹੋਇਆ ਸੀ। ਉਹ ਵੈਸੀ ਅਮੀਰ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਕਈ ਸਾਲਾਂ ਤੱਕ ਬੋਰਦੋ ਦੀ ਪਾਰਲੇਮਾ ਦਾ ਨਿਆਂਧੀਸ਼ ਰਿਹਾ। ਬੋਰਦੋ ਇੱਕ ਸ਼ਹਿਰ ਹੈ। ਇਸ ਸ਼ਹਿਰ ਦੇ ਵਿੱਚ ਇੱਕ ਉੱਚ ਅਦਾਲਤ ਸੀ। ਪਾਰਲੇਮਾ ਦਾ ਮੀਨਿੰਗ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ। ਪਾਰਲੇਮਾ ਮੀਨ ਉੱਚ ਅਦਾਲਤ, ਹਾਈ ਕੋਰਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਇਸ ਅਦਾਲਤ ਦੇ ਵਿੱਚ ਬੋਰਦੋ ਦੀ ਅਦਾਲਤ ਦੇ ਵਿੱਚ ਜੱਜ ਲੱਗਾ ਹੋਇਆ ਸੀ ਤੇ ਇਹ ਬਾਦਸ਼ਾਹ ਦੀ ਨਿਰੰਕੁਸ਼ ਸ਼ਕਤੀ ਦਾ ਵਿਰੋਧੀ ਸੀ। ਕੁਲੀਨਾਂ ਦੇ ਵਿਸ਼ੇਸ਼ ਅਧਿਕਾਰਾਂ ਦਾ ਸਮਰਥਕ ਸੀ, ਕਿਉਂਕਿ ਉਹ ਸੋਚਦਾ ਸੀ ਕਿ ਜਦੋਂ ਕੁਲੀਨਾਂ ਦੇ ਕੋਲ ਖਾਸ ਅਧਿਕਾਰ ਹੋਣਗੇ ਤਾਂ ਉਹ ਸਮਰਾਟ ਦੇ ਉੱਤੇ ਅੰਕੁਸ਼ ਲਗਾ ਸਕਦੇ ਆ, ਉਸ ਨੂੰ ਕਿਸੇ ਤਰ੍ਹਾਂ ਰੋਕ ਸਕਦੇ ਆ ਆਪਣੀ ਮਨਮਰਜ਼ੀ ਕਰਨ ਤੋਂ। ਤੇ ਇਹਦੇ ਨਾਲ ਕੀ ਹੋਊਗਾ ਕਿ ਬਾਦਸ਼ਾਹ ਹੈ ਜਿਹੜਾ ਉਹ ਆਪਣੀ ਮਰਜ਼ੀ ਦੇ ਨਾਲ ਲੋਕਾਂ ਦੇ ਉੱਤੇ ਅਤਿਆਚਾਰ ਜਾਂ ਲੋਕਾਂ ਦੇ ਉੱਤੇ ਆਪਣੇ ਕਾਨੂੰਨ ਜਿਹੜੇ ਉਹ ਨਹੀਂ ਥੋਪ ਸਕਦਾ। ਇਸ ਕਰਕੇ ਉਹ ਕੁਲੀਨਾਂ ਦੇ ਵਿਸ਼ੇਸ਼ ਅਧਿਕਾਰਾਂ ਦਾ ਸਮਰਥਕ ਸੀ, ਪਰੰਤੂ ਬਾਦਸ਼ਾਹ ਦੀ ਸ਼ਕਤੀ ਦਾ ਵਿਰੋਧੀ ਸੀ। 1721 ਵਿੱਚ ਉਸਨੇ ਆਪਣੀ ਪਹਿਲੀ ਪੁਸਤਕ ਲਿਖੀ, ਲੈਟਰਜ਼ ਪਰਸ਼ੀਅਨਜ਼, ਔਰ ਜਾਂ ਫਿਰ ਇਹਨੂੰ ਪਰਸ਼ੀਅਨ ਲੈਟਰਜ਼ ਵੀ ਕਹਿੰਦੇ ਆ। ਇਸ ਵਿੱਚ ਉਹਨੇ ਦੋ ਮਨੋਕਲਪਿਤ ਈਰਾਨੀ ਯਾਤਰੀਆਂ ਦੀ ਗੱਲਬਾਤ ਬਾਰੇ ਲਿਖਿਆ ਕਿ ਦੋ ਈਰਾਨੀ ਯਾਤਰੀ ਆਉਂਦੇ ਆ ਫਰਾਂਸ ਦੀ ਯਾਤਰਾ ਕਰਨ ਲਈ। ਉਸ ਤੋਂ ਬਾਅਦ ਉਹ ਆਪਸ ਦੇ ਵਿੱਚ ਗੱਲਾਂ ਕਰਦੇ ਆ ਫਰਾਂਸ ਦੀਆਂ ਸੰਸਥਾਵਾਂ ਬਾਰੇ, ਫਰਾਂਸ ਵਿੱਚ ਜਿਹੜੇ ਵੀ ਰੀਤੀ ਰਿਵਾਜ ਚੱਲ ਰਹੇ ਆ ਉਹਨਾਂ ਬਾਰੇ ਗੱਲ ਕਰਦੇ ਆ। ਤੇ ਫਿਰ ਉਹ ਈਰਾਨ ਦੇ ਵਿੱਚ ਬੈਠੇ ਆਪਣੇ ਮਿੱਤਰਾਂ ਨੂੰ ਚਿੱਠੀ ਲਿਖਦੇ ਆ, ਜਿਹਦੇ ਵਿੱਚ ਉਹ ਗੱਲ ਕਿਹਦੀ ਕਰਦੇ ਆ? ਬਾਦਸ਼ਾਹ ਦੀਆਂ ਤਾਨਾਸ਼ਾਹੀ ਸ਼ਕਤੀਆਂ ਬਾਰੇ ਕਿ ਫਰਾਂਸ ਦਾ ਬਾਦਸ਼ਾਹ ਕਿੰਨੀਆਂ ਜ਼ਿਆਦਾ ਪਾਵਰ ਲੈ ਕੇ ਬੈਠਾ ਆ, ਪੋਪ ਦੇ ਅਧਿਕਾਰਾਂ ਬਾਰੇ, ਲਾਲਚੀ ਪੁਰੋਹਿਤਾਂ ਬਾਰੇ ਕਿ ਕਿਵੇਂ ਉਹ ਬੁਰੇ ਆਚਰਣ ਜਿਹੜੇ ਉਹ ਕਰ ਰਹੇ ਆ। ਇਸ ਤਰ੍ਹਾਂ ਉਹ ਆਪਣੀ ਚਿੱਠੀ ਦੇ ਵਿੱਚ ਆਪਣੇ ਮਿੱਤਰਾਂ ਦੇ ਕੋਲ ਫਰਾਂਸ ਦਾ ਮਜ਼ਾਕ ਉਡਾਉਂਦੀ ਆ। 1 ਸਾਲ ਦੇ ਵਿੱਚ ਹੀ ਇਸ ਬੁੱਕ ਦੇ 4 ਐਡੀਸ਼ਨ ਛਪੇ ਤੇ 4 ਖਤਮ ਹੋ ਗਏ। ਮੌਂਟੈਸਕਿਊ ਦੀ ਸਭ ਤੋਂ ਮਸ਼ਹੂਰ ਪੁਸਤਕ ਜਿਹੜੀ ਸੀ ਸਪਿਰਿਟ ਆਫ ਦਾ ਲੌਜ਼, ਜਿਹੜੀ ਕਿ ਉਹਨੇ 20 ਸਾਲਾਂ ਦੀ ਮਿਹਨਤ ਤੋਂ ਬਾਅਦ ਲਿਖੀ ਸੀ, 1748 ਵਿੱਚ ਇਹ ਜਾ ਕੇ ਛਪੀ। ਇਸ ਵਿੱਚ ਵੀ ਉਸਨੇ ਨਿਰੰਕੁਸ਼ਤਾ ਦੀ ਨਿਖੇਧੀ ਕੀਤੀ ਔਰ ਸੀਮਿਤ ਰਾਜਤੰਤਰ ਦਾ ਸਮਰਥਨ ਕੀਤਾ। ਉਸ ਦਾ ਕਹਿਣਾ ਸੀ ਕਿ ਜਦੋਂ ਬਾਦਸ਼ਾਹ ਸਾਰੀਆਂ ਸ਼ਕਤੀਆਂ ਦੀ ਵਰਤੋਂ ਆਪ ਕਰਦਾ ਤਾਂ ਇਸ ਤਰ੍ਹਾਂ ਦੇ ਸ਼ਾਸਨ ਵਿੱਚ ਲੋਕਾਂ ਉੱਤੇ ਬਹੁਤ ਜ਼ਿਆਦਾ ਅਤਿਆਚਾਰ ਹੁੰਦੇ ਆ। ਇਸ ਤੋਂ ਇਲਾਵਾ ਉਸਨੇ ਇਹ ਵੀ ਸਿਧਾਂਤ ਪੇਸ਼ ਕੀਤਾ ਕਿ ਸ਼ਾਸਨ ਦੀਆਂ ਜਿਹੜੀਆਂ ਸ਼ਕਤੀਆਂ ਹਨ ਉਹ ਇਕੱਲੇ ਸਮਰਾਟ ਕੋਲ ਨਹੀਂ ਹੋਣੀਆਂ ਚਾਹੀਦੀਆਂ, ਬਲਕਿ ਵਿਧਾਨਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਵਿੱਚ ਵੰਡੀਆਂ ਹੋਣੀਆਂ ਚਾਹੀਦੀਆਂ ਅਤੇ ਤਿੰਨਾਂ ਅੰਗਾਂ ਨੂੰ ਵੱਖਰੇ ਵੱਖਰੇ ਰੱਖਣਾ ਚਾਹੀਦਾ, ਇੱਕ ਦੂਸਰੇ ਦੇ ਨਾਲ ਜਿਹੜਾ ਹੈ ਇਹਨਾਂ ਨੂੰ ਮਿਲਾ ਕੇ ਨਹੀਂ ਰੱਖਣਾ ਚਾਹੀਦਾ। ਉਸ ਦਾ ਇਹ ਕਹਿਣਾ ਸੀਗਾ ਕਿ ਇੰਗਲੈਂਡ ਦਾ ਜਿਹੜਾ ਰਾਜਤੰਤਰੀ ਸ਼ਾਸਨ ਆ ਉਹ ਸਭ ਤੋਂ ਜ਼ਿਆਦਾ ਵਧੀਆ ਆ, ਕਿਉਂਕਿ ਉੱਥੇ ਰਾਜਾ ਹੈ ਜਿਹੜਾ ਉਹ ਕਾਰਜਕਾਰਨੀ ਸ਼ਕਤੀ ਨੂੰ ਜਿਹੜਾ ਹੈ ਉਹ ਚਲਾਉਂਦਾ ਹੈ, ਸੰਸਦ ਵਿਧਾਨਕਾਰੀ ਸ਼ਕਤੀ ਦੀ ਅਤੇ ਸੁਤੰਤਰ ਅਦਾਲਤਾਂ ਨਿਆਂ ਸੰਬੰਧੀ ਸ਼ਕਤੀ ਦੀ ਵਰਤੋਂ ਕਰਦੀਆਂ ਹਨ। ਭਾਵ ਕਿ ਉਹਦਾ ਕਹਿਣਾ ਸੀ ਕਿ ਇੰਗਲੈਂਡ ਵਿੱਚ ਵੀ ਤਾਂ ਰਾਜਾ ਰਾਜ ਕਰ ਰਿਹਾ, ਪਰ ਉੱਥੇ ਉਹਨਾਂ ਨੇ ਸਾਰੀਆਂ ਪਾਵਰ ਜਿਹੜੀਆਂ ਉਹ ਤਿੰਨੋਂ ਪਾਰਟਸ ਵਿੱਚ ਵੰਡੀਆਂ ਹੋਈਆਂ ਆ। ਇਸ ਤਰ੍ਹਾਂ ਨਾਲ ਮੌਂਟੈਸਕਿਊ ਦੀ ਇਸ ਪੁਸਤਕ ਦੇ 2 ਸਾਲਾਂ ਤੋਂ ਵੀ ਘੱਟ ਸਮੇਂ ਦੇ ਵਿੱਚ ਹੀ 22 ਐਡੀਸ਼ਨ ਛਪੇ ਤੇ ਵਿਕ ਗਏ। ਇਹਦਾ ਮਤਲਬ ਕਿ ਇਹ ਬੁੱਕ ਇੰਨੀ ਜ਼ਿਆਦਾ ਪੜ੍ਹੀ ਗਈ ਕਿ ਇਸ ਦੇ ਇੰਨੇ ਜ਼ਿਆਦਾ ਐਡੀਸ਼ਨ ਛਪ ਗਏ। ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਇਹਨੂੰ ਟਰਾਂਸਲੇਟ ਵੀ ਕੀਤਾ ਗਿਆ। ਉਸ ਤੋਂ ਬਾਅਦ ਨੈਕਸਟ ਆਪਾਂ ਵਿਦਵਾਨ ਬਾਰੇ ਪੜ੍ਹਦੇ ਹਾਂ, ਵਾਲਤੇਅਰ। ਫਰਾਂਸ ਦਾ ਦੂਸਰਾ ਵਿਦਵਾਨ ਤੇ ਵਿਚਾਰਕ ਸੀਗਾ ਵਾਲਤੇਅਰ। ਉਹ ਇੱਕ ਕਵੀ ਵੀ ਸੀ, ਨਾਟਕਕਾਰ, ਇਤਿਹਾਸਕਾਰ, ਫਿਲਾਸਫਰ ਤੇ ਵਿਅੰਗਕਾਰ ਵੀ ਸੀਗਾ। ਗੁਰਸ਼ਾਇ ਦੇ ਕਥਨ ਅਨੁਸਾਰ ਵਾਲਤੇਅਰ ਜਿਹੜਾ ਸੀ ਉਹ 18ਵੀਂ ਸਦੀ ਸ਼ਾਇਦ ਸਾਰੇ ਯੁੱਗਾਂ ਦਾ ਤਰਕਸ਼ੀਲਤਾ ਤੇ ਸਹਿਣਸ਼ੀਲਤਾ ਦਾ ਸਭ ਤੋਂ ਮਹਾਨ ਹਮਾਇਤੀ ਸੀ। ਥੋੜ੍ਹਾ ਜਿਹਾ ਉਹਦੇ ਬਾਰੇ ਜਾਣਦੇ ਹਾਂ ਆਪਾਂ। ਮੱਧ ਸ਼੍ਰੇਣੀ ਦੇ ਨਾਲ ਸੰਬੰਧ ਰੱਖਦਾ ਸੀ ਵਾਲਤੇਅਰ। 1694 ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਉਹਨਾਂ ਦੇ ਪਿਤਾ ਜਿਹੜੇ ਸੀ ਇੱਕ ਅਟਾਰਨੀ ਲੱਗੇ ਹੋਏ ਸੀ, ਮੁਖਤਿਆਰ ਲੱਗੇ ਹੋਏ ਸੀ। ਵਾਲਤੇਅਰ ਆਰੰਭ ਵਿੱਚ ਕਵੀ ਤੇ ਨਾਟਕਕਾਰ ਦੇ ਰੂਪ ਵਿੱਚ ਮਸ਼ਹੂਰ ਹੋਏ। ਫਿਰ ਉਸ ਤੋਂ ਬਾਅਦ ਉਹਨਾਂ ਨੇ ਵਿਅੰਗ ਕਰਨਾ ਸ਼ੁਰੂ ਕਰ ਦਿੱਤਾ ਸੁਸਾਇਟੀ ਦੇ ਉੱਤੇ, ਔਰ ਉਹਨਾਂ ਦੇ ਵਿਅੰਗ ਤੋਂ ਖਿੱਝ ਕੇ ਇੱਕ ਵਾਰੀ ਇੱਕ ਕੁਲੀਨ ਨੇ ਵਾਲਤੇਅਰ ਨੂੰ ਬਹੁਤ ਜ਼ਿਆਦਾ ਕੁਟਵਾਇਆ ਤੇ ਉਸ ਨੂੰ ਬਾਸਤੀਲ ਦੀ ਜੇਲ੍ਹ ਵਿੱਚ ਵੀ ਭਿਜਵਾ ਦਿੱਤਾ। 1726 ਵਿੱਚ ਉਸ ਨੂੰ ਰਿਹਾ ਕਰ ਦਿੱਤਾ ਗਿਆ ਤੇ ਲੇਕਿਨ ਉਸ ਦੇ ਸਾਹਮਣੇ ਸ਼ਰਤ ਰੱਖੀ ਗਈ ਕਿ ਉਹ ਫਰਾਂਸ ਨੂੰ ਛੱਡ ਕੇ ਚਲਾ ਜਾਵੇ। ਵਾਲਤੇਅਰ ਜਿਹੜਾ ਸੀ ਉਹ ਇੰਗਲੈਂਡ ਚਲਾ ਗਿਆ, ਕਈ ਸਾਲਾਂ ਤੱਕ ਉੱਥੇ ਰਹੇ। ਇੰਗਲੈਂਡ ਦੇ ਪ੍ਰਸ਼ਾਸਨ ਬਾਰੇ ਉਹਨਾਂ ਨੇ ਕਾਫੀ ਕੁਝ ਨੋਟ ਕੀਤਾ ਕਿ ਇੱਥੇ ਪ੍ਰਸ਼ਾਸਨ ਕਿਵੇਂ ਚੱਲਦਾ ਆ, ਸਮਾਜਿਕ ਵਿਵਸਥਾ ਜਿਹੜੀ ਆ ਉਹ ਕਿਵੇਂ ਦੀ ਆ, ਉਹ ਸਾਰੀਆਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ।
ਇਸ ਕਰਕੇ 1733 ਵਿੱਚ ਉਹਨਾਂ ਨੇ ਇੰਗਲੈਂਡ ਦੇ ਵਿੱਚ ਇੱਕ ਬੁੱਕ ਲਿਖੀ, ਲੈਟਰਸ ਔਨ ਦੀ ਇੰਗਲਿਸ਼। ਜੋ ਉਹਨਾਂ ਨੇ ਇੰਗਲੈਂਡ ਦੇ ਵਿੱਚ ਲਿਖਿਆ ਉਹ ਆਪਣੀ ਇੰਗਲੈਂਡ ਵਿੱਚ ਦੇਖਿਆ ਉਹਨਾਂ ਨੇ ਇਸ ਬੁੱਕ ਦੇ ਵਿੱਚ ਲਿਖ ਦਿੱਤਾ, ਅਤੇ ਫਰਾਂਸ ਦੇ ਵਿੱਚ ਵੀ ਇਸ ਬੁੱਕ ਦੇ ਬਹੁਤ ਸਾਰੇ ਐਡੀਸ਼ਨ ਛਪ ਗਏ, ਭਾਵੇਂ ਕਿ ਫਰਾਂਸ ਦੀ ਸਰਕਾਰ ਨੇ ਜਿਹੜਾ ਸੀ ਇਸ ਬੁੱਕ ਦੀ ਵਿਕਰੀ ਦੇ ਉੱਤੇ ਪਾਬੰਦੀ ਲਗਾ ਦਿੱਤੀ ਸੀ। ਉਸ ਤੋਂ ਬਾਅਦ ਵੋਲਟੇਅਰ ਵਾਪਸ ਫਰਾਂਸ ਆ ਗਏ ਅਤੇ ਲਗਭਗ 15 ਸਾਲ ਜਿਹੜੇ ਸੀ ਲੋਰੇਨ ਦੇ ਵਿੱਚ ਰਹੇ ਸੀਗੇ। ਫਿਰ ਉਹ 1749 ਵਿੱਚ ਪਰਸ਼ੀਆ ਦੇ ਰਾਜੇ ਫਰੈਡਰਿਕ ਮਹਾਨ ਦੇ ਸੱਦੇ ਉੱਤੇ ਉਹ ਪਰਸ਼ੀਆ ਦੇ ਵਿੱਚ ਚਲੇ ਗਏ ਸੀ, ਉੱਥੇ 3 ਸਾਲਾਂ ਤੱਕ ਰਹੇ। ਫਿਰ ਉਸ ਤੋਂ ਬਾਅਦ ਸਵਿਟਜ਼ਰਲੈਂਡ ਦੀ ਸਰਹੱਦ ਉੱਤੇ ਫਰਨੇ ਨਾਮੀ ਪਿੰਡ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ, ਅਤੇ ਆਉਣ ਵਾਲੇ 25 ਸਾਲਾਂ ਵਿੱਚ ਉਹਨਾਂ ਨੇ ਬਹੁਤ ਸਾਰੇ ਨਾਟਕ, ਕਵਿਤਾਵਾਂ, ਕਹਾਣੀਆਂ, ਨਿਬੰਧ, ਵਿਅੰਗ ਲੇਖ ਆਦਿ ਲਿਖੇ। ਸਾਰੇ ਫਰਾਂਸ ਵਿੱਚ ਬਹੁਤ ਜ਼ਿਆਦਾ ਫੇਮਸ ਹੋ ਗਏ ਸੀਗੇ। ਉਹਨਾਂ ਦੀਆਂ ਕਾਫੀ ਬੁੱਕਸ ਜਿਹੜੀਆਂ ਉਹ ਫੇਮਸ ਹੋਈਆਂ, ਜਿਵੇਂ ਫਿਲਾਸਫੀਕਲ ਡਿਕਸ਼ਨਰੀ, ਐਸੇ ਔਨ ਦ ਮੈਨਰਸ ਐਂਡ ਸਪਿਰਿਟ ਆਫ ਨੇਸ਼ਨਸ, ਟ੍ਰੈਟਿਸ ਔਨ ਟੋਲਰੈਂਸ। ਇਹ ਬੁੱਕਸ ਜਿਹੜੀਆਂ ਸੀ ਉਹਨਾਂ ਦੀਆਂ ਪਬਲਿਸ਼ ਹੋਈਆਂ। 1778 ਦੇ ਵਿੱਚ ਉਹ ਪੈਰਿਸ ਵਾਪਸ ਆ ਗਏ, ਅਤੇ ਇਸੇ ਸਾਲ 84 ਵਰ੍ਹਿਆਂ ਦੀ ਉਮਰ ਵਿੱਚ ਉਹਨਾਂ ਦੀ ਡੈਥ ਹੋ ਗਈ। ਹੁਣ ਵਾਲਟਰ ਨੇ ਆਪਣੀਆਂ ਕਿਤਾਬਾਂ ਦੇ ਵਿੱਚ ਕੀ ਲਿਖਿਆ? ਸਭ ਤੋਂ ਪਹਿਲਾਂ ਉਹਨਾਂ ਨੇ ਕੈਥੋਲਿਕ ਚਰਚ ਵਿੱਚ ਜਿਹੜੀਆਂ ਬੁਰਾਈਆਂ ਆ ਗਈਆਂ ਸੀ ਉਹਨਾਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਆਲੋਚਨਾ ਕੀਤੀ। ਉਹ ਕਹਿੰਦੇ ਕਿ ਮਤਲਬ ਕਿ ਮੈਂ ਨਾਸਤਕ ਤਾਂ ਨਹੀਂ ਹੈ, ਨਾ ਹੀ ਮੈਂ ਅਧਾਰਮਿਕ ਹਾਂ, ਪਰ ਮੈਂ ਕਿਸ ਤਰ੍ਹਾਂ ਦੇ ਧਰਮ ਵਿੱਚ ਵਿਸ਼ਵਾਸ ਕਰਦਾ ਹਾਂ, ਮੈਂ ਕੁਦਰਤੀ ਧਰਮ ਵਿੱਚ ਵਿਸ਼ਵਾਸ ਰੱਖਦਾ ਹਾਂ। ਉਹ ਕਹਿੰਦੇ ਹੁੰਦੇ ਸੀ ਜੇ ਪਰਮਾਤਮਾ ਨਹੀਂ ਹੈ ਤਾਂ ਫਿਰ ਸਾਨੂੰ ਉਸ ਦੀ ਕਾਢ ਕੱਢਣੀ ਪਵੇਗੀ ਕਿ ਪਰਮਾਤਮਾ ਕੌਣ ਹੈ, ਕਿੱਥੇ ਹੈ, ਕੀ ਕਰ ਰਿਹਾ ਹੈ। ਉਸ ਤੋਂ ਬਾਅਦ ਸੈਕਿੰਡ ਨੰਬਰ 'ਤੇ ਉਹਨਾਂ ਨੇ ਲਿਖਿਆ ਸੀ ਫਰਾਂਸ ਦੇ ਪ੍ਰਸ਼ਾਸਨ ਵਿੱਚ ਜਿਹੜੀਆਂ ਬੁਰਾਈਆਂ ਆ ਗਈਆਂ ਸੀਗੀਆਂ। ਉਹ ਕਹਿੰਦੇ ਸੀਗੇ ਕਿ ਬੰਦੇ ਨੂੰ, ਇਨਸਾਨ ਨੂੰ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਪ੍ਰੈਸ ਨੂੰ ਆਜ਼ਾਦੀ ਹੋਣੀ ਚਾਹੀਦੀ ਆ। ਪਰੰਤੂ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਵੋਲਟੇਅਰ ਜਿਹੜੇ ਸੀ ਉਹ ਸਰਕਾਰ ਦੇ ਦੁਆਰਾ ਪ੍ਰਸ਼ਾਸਨ ਵਿੱਚ ਸੁਧਾਰ ਲਿਆਉਣਾ ਚਾਹੁੰਦੇ ਸੀ, ਚਰਚ ਵਿੱਚ ਸੁਧਾਰ ਲਿਆਉਣਾ ਚਾਹੁੰਦੇ ਸੀ। ਉਹਨਾਂ ਨੇ ਕੋਈ ਕ੍ਰਾਂਤੀ ਦੀ ਗੱਲ ਨਹੀਂ ਕੀਤੀ। ਨਾ ਤਾਂ ਉਹ ਫਰਾਂਸ ਵਿੱਚ ਕ੍ਰਾਂਤੀ ਲਿਆਉਣਾ ਚਾਹੁੰਦੇ ਸੀ, ਨਾ ਹੀ ਲੋਕਤੰਤਰੀ ਗਣਤੰਤਰ ਦੇ ਸਮਰਥਕ ਸੀਗੇ। ਉਹਨਾਂ ਦਾ ਵਿਚਾਰ ਸੀ ਕਿ ਪ੍ਰਬੁੱਧ ਤਾਨਾਸ਼ਾਹੀ ਹੋਣੀ ਚਾਹੀਦੀ ਹੈ। ਪ੍ਰਬੁੱਧ ਦਾ ਮਤਲਬ ਹੁੰਦਾ ਸੋਚ ਸਮਝ ਕੇ ਚੱਲਣ ਵਾਲੇ ਜਿਹੜੇ ਤਾਨਾਸ਼ਾਹ ਰਾਜੇ ਹੁੰਦੇ ਆ ਨਾ, ਮਤਲਬ ਤਾਨਾਸ਼ਾਹ ਤਾਂ ਹੁੰਦੇ ਆ ਲੇਕਿਨ ਮਤਲਬ ਕਿ ਸੋਚ ਸਮਝ ਦੇ ਅਨੁਸਾਰ ਚੱਲਦੇ ਆ, ਸਮਾਜ ਦੀ ਭਲਾਈ ਲਈ ਕੰਮ ਕਰਦੇ ਆ। ਇਸ ਤਰ੍ਹਾਂ ਦਾ ਤਾਨਾਸ਼ਾਹ ਤਾਂ ਉਹਨਾਂ ਨੇ ਕਹਿਣਾ ਸੀ ਕਿ ਵਧੀਆ ਹੁੰਦਾ। ਭਾਵੇਂ ਵਾਲਟੇਅਰ ਨੇ ਕ੍ਰਾਂਤੀ ਦਾ ਪ੍ਰਚਾਰ ਨਹੀਂ ਕੀਤਾ, ਫਿਰ ਵੀ ਉਸ ਦੇ ਉਦਾਰ ਵਿਚਾਰਾਂ ਨੇ ਲੋਕਾਂ ਵਿੱਚ ਬੜੀ ਜਾਗਰਤੀ ਲੈ ਕੇ ਆਂਦੀ। ਉਸ ਤੋਂ ਬਾਅਦ ਨੈਕਸਟ ਹੈ ਰੂਸੋ। ਰੂਸੋ ਬਾਰੇ ਜਾਣਦੇ ਹਾਂ ਅਸੀਂ। ਜੀਨ ਜੈਕਸ ਰੂਸੋ ਇਹਨਾਂ ਦਾ ਪੂਰਾ ਨਾਮ ਹੈ। 18ਵੀਂ ਸਦੀ ਦੇ ਸਭ ਤੋਂ ਮਹਾਨ ਵਿਦਵਾਨ ਅਤੇ ਫਿਲਾਸਫਰ ਮੰਨਿਆ ਜਾਂਦਾ। ਉਹਨਾਂ ਨੇ ਫਰਾਂਸ ਦੇ ਲੋਕਾਂ ਵਿੱਚ ਬੌਧਿਕ ਜਾਗਰਤੀ ਲਿਆਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ, ਵਾਲਟੇਅਰ ਦੇ ਨਾਲੋਂ ਵੀ ਜ਼ਿਆਦਾ। ਉਹਨਾਂ ਦਾ ਜਨਮ 1712 ਵਿੱਚ ਹੋਇਆ ਸੀ ਜਿਨੇਵਾ ਦੇ ਇੱਕ ਸਧਾਰਨ ਜਿਹੇ ਪਰਿਵਾਰ ਦੇ ਵਿੱਚ। ਉਹਨਾਂ ਦੇ ਪਿਤਾ ਘੜੀਸਾਜ਼ ਸੀਗੇ ਜਿਨ੍ਹਾਂ ਨੇ ਰੂਸੋ ਦੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ। 16 ਸਾਲ ਦੀ ਉਮਰ ਦੇ ਵਿੱਚ ਰੂਸੋ ਘਰ ਛੱਡ ਕੇ ਚਲੇ ਗਏ ਅਤੇ ਅਨੇਕਾਂ ਸਥਾਨਾਂ ਉੱਤੇ, ਬਹੁਤ ਜਗ੍ਹਾ ਦੇ ਉੱਤੇ ਘੁੰਮਣ ਫਿਰਨ ਤੋਂ ਬਾਅਦ ਪੈਰਿਸ ਪਹੁੰਚ ਗਏ। ਉਹਨਾਂ ਨੂੰ ਆਪਣੀ ਰੋਜ਼ੀ ਰੋਟੀ ਕਮਾਉਣ ਵਾਸਤੇ ਨੌਕਰ, ਅਧਿਆਪਕ, ਪ੍ਰਾਈਵੇਟ ਸੈਕਟਰੀ, ਸੰਗੀਤ ਮਾਸਟਰ ਆਦਿ ਬਹੁਤ ਸਾਰੇ ਕੰਮ ਕਰਨੇ ਪਏ, ਲੇਕਿਨ ਉਹਨਾਂ ਨੂੰ ਕਿਸੇ ਵੀ ਕੰਮ ਵਿੱਚ ਸਫਲਤਾ ਪ੍ਰਾਪਤ ਨਹੀਂ ਹੋਈ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਅੰਤ ਵਿੱਚ ਫਿਰ ਉਹ ਇੱਕ ਲੇਖਕ ਬਣ ਗਏ ਅਤੇ ਲੇਖਕ ਦੇ ਰੂਪ ਵਿੱਚ ਸਾਰੇ ਦੇਸ਼ ਵਿੱਚ ਮਸ਼ਹੂਰ ਹੋ ਗਏ। ਬਹੁਤ ਸਾਰੀਆਂ ਕਿਤਾਬਾਂ ਲਿਖੀਆਂ, ਦਾ ਓਰੀਜਨ ਆਫ ਇਨਇਕੁਐਲਿਟੀ, ਦਾ ਨਿਊ ਹੈਲੂਕਿਜ਼, ਏਮਾਇਲ, ਦਾ ਸੋਸ਼ਲ ਕੰਟਰੈਕਟ ਐਂਡ ਕਨਫੈਸ਼ਨਸ ਲਿਖੀਆਂ। ਇਹਨਾਂ ਵਿੱਚੋਂ ਉਹਨਾਂ ਦੀ ਜਿਹੜੀ ਕਨਫੈਸ਼ਨਸ, ਜਿਹੜੀ ਉਹਨਾਂ ਨੇ ਇੱਕ ਆਪਣੀ ਬਾਇਓਗ੍ਰਾਫੀ ਲਿਖੀ ਸੀਗੀ, ਆਤਮ ਕਥਾ ਲਿਖੀ ਸੀ, ਅਤੇ ਸੋਸ਼ਲ ਕੰਟਰੈਕਟ ਖਾਸ ਤੌਰ 'ਤੇ ਬਹੁਤ ਜ਼ਿਆਦਾ ਫੇਮਸ ਹੋਈਆਂ ਕਿਉਂਕਿ ਉਹਨਾਂ ਦੇ ਵਿਚਾਰ ਜਿਹੜੇ ਸੀ ਕ੍ਰਾਂਤੀਕਾਰੀ ਸੀਗੇ। ਇਸ ਕਰਕੇ ਫਰਾਂਸ ਦੀ ਸਰਕਾਰ ਜਿਹੜੀ ਸੀ ਉਹ ਹਮੇਸ਼ਾ ਰੂਸੋ ਨੂੰ ਤੰਗ ਕਰਦੀ ਰਹੀ। ਕਿਹਾ ਜਾਂਦਾ ਹੈ ਕਿ ਜੀਵਨ ਦੇ ਅੰਤਲੇ ਵਰ੍ਹਿਆਂ ਦੇ ਵਿੱਚ ਰੂਸੋ ਨੂੰ ਪਾਗਲਪਨ ਦੇ ਦੌਰੇ ਪੈਣ ਲੱਗ ਪਏ, ਅਤੇ 1778 ਵਿੱਚ ਉਹਨਾਂ ਦੀ ਮੌਤ ਦੇ ਨਾਲ ਹੀ ਉਹਨਾਂ ਨੂੰ ਆਪਣੇ ਦੁੱਖਾਂ ਤੋਂ ਛੁਟਕਾਰਾ ਮਿਲਿਆ। ਫਿਰ ਵੀ ਉਹ ਆਪਣੇ ਯੁੱਗ ਉੱਤੇ ਛਾ ਗਏ, ਅਤੇ ਜਦੋਂ ਉਹਨਾਂ ਦੀ ਡੈਥ ਹੋਈ, ਲੇਕਿਨ ਲਗਭਗ ਹਰੇਕ ਪੜ੍ਹਿਆ ਲਿਖਿਆ ਵਿਅਕਤੀ ਜਿਹੜਾ ਸੀ ਉਹਨਾਂ ਦੀਆਂ ਕਿਤਾਬਾਂ ਨੂੰ ਪੜ੍ਹ ਰਿਹਾ ਸੀ। ਰੂਸੋ ਦੀਆਂ ਕਿਤਾਬਾਂ ਇੰਨੀਆਂ ਜ਼ਿਆਦਾ ਫੇਮਸ ਹੋ ਗਈਆਂ ਸੀ। ਰੂਸੋ ਨੇ ਆਪਣੀਆਂ ਪੁਸਤਕਾਂ ਦੇ ਵਿੱਚ ਉਸ ਸਮੇਂ ਦੀ ਸ਼ਾਸਨ ਪ੍ਰਣਾਲੀ ਬਾਰੇ, ਰਾਜਿਆਂ ਦੀ ਨਿਰੰਕੁਸ਼ ਸ਼ਕਤੀਆਂ, ਕੁਲੀਨਾਂ ਦੇ ਵਿਸ਼ੇਸ਼ ਅਧਿਕਾਰਾਂ ਦਾ ਖੰਡਨ ਕੀਤਾ। ਉਸ ਤੋਂ ਇਲਾਵਾ ਉਸਨੇ ਇਹ ਕਿਹਾ ਕਿ ਰਾਜਨੀਤਿਕ ਅਤੇ ਸਮਾਜਿਕ ਵਿਵਸਥਾ ਜਿਹੜੀ ਨਵੇਂ ਸਿਰੇ ਤੋਂ ਇਹਨਾਂ ਦੀ ਸੰਗਠਿਤ ਕਰਨ ਦੀ ਜ਼ਰੂਰਤ ਆ। ਉਹ ਸੁਤੰਤਰਤਾ ਅਤੇ ਸਮਾਨਤਾ ਦੇ ਸਿਧਾਂਤਾਂ ਉੱਤੇ ਆਧਾਰਿਤ ਲੋਕਤੰਤਰੀ ਸ਼ਾਸਨ ਸਥਾਪਿਤ ਕਰਨ ਦੇ ਹਾਮੀ ਸੀਗੇ। ਉਹਨਾਂ ਨੇ ਆਪਣੀ ਕਿਤਾਬ ਸੋਸ਼ਲ ਕੰਟਰੈਕਟ ਦੇ ਆਰੰਭ ਵਿੱਚ ਇੱਕ ਮਹੱਤਵਪੂਰਨ ਸ਼ਬਦ ਲਿਖੇ ਸੀਗੇ, ਕੁਝ ਕਿ ਮਨੁੱਖ ਸੁਤੰਤਰ ਪੈਦਾ ਹੋਇਆ ਹੈ, ਪਰੰਤੂ ਹਰੇਕ ਸਥਾਨ ਦੇ ਉੱਤੇ ਉਹ ਜੰਜੀਰਾਂ ਦੇ ਵਿੱਚ ਜਕੜਿਆ ਹੋਇਆ ਹੈ। ਰੂਸੋ ਆਦਰਸ਼ ਲੋਕਤੰਤਰੀ ਗਣਤੰਤਰੀ ਰਾਜ ਜਿਹੜਾ ਸੀ ਉਹ ਸਥਾਪਿਤ ਕਰਨਾ ਚਾਹੁੰਦੇ ਸੀਗੇ, ਜਿਸ ਵਿੱਚ ਸਾਰੇ ਲੋਕਾਂ ਲਈ ਸਮਾਨ ਅਧਿਕਾਰ ਹੋਣ, ਜਨਤਾ ਦੀ ਇੱਛਾ ਅਨੁਸਾਰ ਕਾਨੂੰਨ ਬਣਾਏ ਜਾਣ, ਰਾਜ ਪ੍ਰਬੰਧ ਦਾ ਕੰਮ ਵੀ ਹੈ ਜਿਹੜਾ ਉਹ ਜਨਤਾ ਦੁਆਰਾ ਚਲਾਇਆ ਜਾਵੇ। ਇਸ ਤਰ੍ਹਾਂ ਰੂਸੋ ਨੇ ਜਨਤਾ ਦੀ ਪ੍ਰਭੂਸੱਤਾ ਦੇ ਸਿਧਾਂਤ ਦਾ ਪ੍ਰਚਾਰ ਕੀਤਾ। ਇਹ ਉਸ ਦੀ ਰਾਜਨੀਤਿਕ ਵਿਚਾਰਧਾਰਾ ਨੂੰ ਸਭ ਤੋਂ ਵੱਡੀ ਦੇਣ ਮੰਨੀ ਜਾਂਦੀ ਹੈ। 18ਵੀਂ ਸਦੀ ਦੇ ਵਿੱਚ ਨਿਰਸਨ ਦੇ ਇੱਕ ਬਹੁਤ ਹੀ ਕ੍ਰਾਂਤੀਕਾਰੀ ਸਿਧਾਂਤ ਜਿਹੜਾ ਸੀ ਉਹਨਾਂ ਨੇ ਜਿਹੜਾ ਲੋਕਾਂ ਸਾਹਮਣੇ ਪੇਸ਼ ਕੀਤਾ, ਅਤੇ ਉਹਨਾਂ ਦੇ ਇਹਨਾਂ ਵਿਚਾਰਾਂ ਨੇ ਮੱਧ ਸ਼੍ਰੇਣੀ ਦੇ ਲੋਕਾਂ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪਾਇਆ। ਹੁਣ ਆਪਾਂ ਗੱਲ ਕਰਦੇ ਹਾਂ ਦਿਦਰੋ ਬਾਰੇ। 1713 ਵਿੱਚ ਇਹਨਾਂ ਦਾ ਬਰਥ ਹੋਇਆ ਸੀ। ਦਿਦਰੋ ਨੂੰ 18ਵੀਂ ਸਦੀ ਦੇ ਉੱਘੇ ਫਰਾਂਸੀਸੀ ਵਿਦਵਾਨਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ।
ਉਹ ਨਿਰੰਕੁਸ਼ ਸ਼ਾਸਨ, ਕੁਲੀਨਾਂ ਤੇ ਪਾਦਰੀਆਂ ਦੇ ਖਾਸ ਅਧਿਕਾਰਾਂ, ਅੰਧ ਵਿਸ਼ਵਾਸਾਂ, ਨਾਜਾਇਜ਼ ਕਾਨੂੰਨਾਂ ਅਤੇ ਕੈਥੋਲਿਕ ਚਰਚ ਦੀਆਂ ਬੁਰਾਈਆਂ ਦੇ ਵਿਰੋਧੀ ਸੀਗੇ। ਉਹਨਾਂ ਨੇ ਬਹੁਤ ਸਾਰੇ ਵਿਦਵਾਨਾਂ ਤੋਂ ਰਾਜਨੀਤੀ, ਧਰਮ, ਅਰਥ ਸ਼ਾਸਤਰ, ਨੈਤਿਕਤਾ ਆਦਿ ਵਿਸ਼ਿਆਂ ਦੇ ਉੱਤੇ ਲੇਖ ਲਿਖਵਾਏ ਅਤੇ ਬਾਅਦ ਵਿੱਚੋਂ ਇਹਨੂੰ ਇੱਕ ਇਨਸਾਈਕਲੋਪੀਡੀਆ ਦਾ ਸੰਪਾਦਨ ਕੀਤਾ ਇਹਨਾਂ ਲੇਖਾਂ ਨੂੰ ਲੈ ਕੇ, ਔਰ ਇਹਦੇ ਵਿੱਚ ਉਹਨਾਂ ਨੇ ਆਪਣੇ ਲੇਖ ਵੀ ਸ਼ਾਮਿਲ ਕੀਤੇ। ਸਰਕਾਰ ਨੇ ਇਸ ਗ੍ਰੰਥ ਦੀ ਛਪਾਈ ਨੂੰ ਰੋਕਣ ਦੇ ਬਹੁਤ ਸਾਰੇ ਯਤਨ ਕੀਤੇ ਅਤੇ ਦਿਦਰੋ ਨੂੰ ਕੈਦ ਦੀ ਸਜ਼ਾ ਵੀ ਦੇ ਦਿੱਤੀ, ਲੇਕਿਨ ਸਰਕਾਰੀ ਵਿਰੋਧ ਦੇ ਬਾਵਜੂਦ ਵੀ ਦਿਦਰੋ ਦੀ ਸੰਪਾਦਕੀ ਹੇਠ ਵਿਸ਼ਵਕੋਸ਼ ਜਿਹੜਾ ਸੀ ਉਹ ਛਪ ਕੇ ਤਿਆਰ ਹੋ ਗਿਆ। ਇਸ ਵਿਸ਼ਾਲ ਗ੍ਰੰਥ ਨੇ ਕੇਵਲ ਫਰਾਂਸ ਦੇ ਲੋਕਾਂ ਨੂੰ ਹੀ ਨਹੀਂ ਬਲਕਿ ਯੂਰਪ ਦੇ ਹੋਰ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਦੇ ਉੱਤੇ ਵੀ ਜਿਹੜਾ ਸੀ ਉਹ ਚੰਗਾ ਪ੍ਰਭਾਵ ਪਾਇਆ। ਉਸ ਤੋਂ ਬਾਅਦ ਅੱਗੇ 3 ਹੋਰ ਵਿਦਵਾਨ ਨੇ, ਕਵੇਸਨੇ, ਗੌਰਨੇ ਤੇ ਤੁਰਗੋ। ਫਰਾਂਸ ਦੇ ਵਿੱਚ ਕਵੇਸਨੇ, ਗੌਰਨੇ ਤੇ ਤੁਰਗੋ ਆਦਿ ਵਿਦਵਾਨ ਵੀ ਹੋਏ ਜੋ ਕਿ ਆਪਣੇ ਵਿਸ਼ੇਸ਼ ਆਰਥਿਕ ਵਿਚਾਰਾਂ ਕਰਕੇ ਅਰਥ ਸ਼ਾਸਤਰੀ ਅਖਵਾਏ, ਕਿਉਂਕਿ ਇਹਨਾਂ ਨੇ ਅਰਥ ਸ਼ਾਸਤਰ ਦੇ ਨਾਲ ਰਿਲੇਟਡ ਆਪਣੇ ਵਿਚਾਰ ਪੇਸ਼ ਕੀਤੇ ਸੀਗੇ, ਇਸ ਕਰਕੇ ਇਹਨਾਂ ਨੂੰ ਅਰਥ ਸ਼ਾਸਤਰੀ ਕਿਹਾ ਜਾਂਦਾ ਹੈ। ਕਵੇਸਨੇ ਸਮਰਾਟ ਲੂਈ 15ਵੇਂ ਦੇ ਦਰਬਾਰ ਵਿੱਚ ਇੱਕ ਰਾਜਵੈਦ ਹੁੰਦੇ ਸੀ। ਉਹ ਇੱਕ ਅਮੀਰ ਕਿਸਾਨ ਦੇ ਪੁੱਤਰ ਸੀ ਅਤੇ ਅਰਥ ਵਿਵਸਥਾ ਵਿੱਚ ਖੇਤੀਬਾੜੀ ਨੂੰ ਸਭ ਤੋਂ ਜ਼ਿਆਦਾ ਮਹੱਤਵ ਦਿੰਦੇ ਸੀ। ਉਹਨਾਂ ਦਾ ਕਹਿਣਾ ਸੀ ਕਿ ਭੂਮੀ ਆਮਦਨ ਦਾ ਇੱਕੋ ਇੱਕ ਸਾਧਨ ਹੁੰਦੀ ਆ, ਔਰ ਉਹਨਾਂ ਦਾ ਵਿਸ਼ਵਾਸ ਸੀ ਕਿ ਜੇਕਰ ਕਿਸਾਨ ਗਰੀਬ ਹੋ ਜਾਏਗਾ ਤਾਂ ਸਰਕਾਰ ਵੀ ਗਰੀਬ ਹੋ ਜਾਏਗੀ ਅਤੇ ਰਾਜਾ ਵੀ ਨਿਰਧਨ ਹੋ ਜਾਏਗਾ। ਇਸ ਕਰਕੇ ਕਿਸਾਨ ਗਰੀਬ ਨਹੀਂ ਹੋਣਾ ਚਾਹੀਦਾ। ਕਿਸਾਨ ਗਰੀਬ ਨਹੀਂ ਹੋਵੇਗਾ ਤਾਂ ਦੇਸ਼ ਵੀ ਗਰੀਬ ਨਹੀਂ ਹੋਵੇਗਾ। ਗੌਰਨੇ ਦੇ ਕੀ ਵਿਚਾਰ ਸੀ? ਗੌਰਨੇ ਜਿਹੜਾ ਸੀ ਇੱਕ ਵਪਾਰੀ ਸੀਗਾ ਜੋ ਕਿ ਕਵੇਸਨੇ ਦੇ ਵਿਚਾਰਾਂ ਦਾ ਸਮਰਥਨ ਕੀਤਾ ਉਹਨਾਂ ਨੇ, ਔਰ ਸੁਤੰਤਰ ਉਦਯੋਗ ਅਤੇ ਸੁਤੰਤਰ ਵਪਾਰ ਦੀ ਗੱਲ ਕੀਤੀ ਉਹਨਾਂ ਨੇ। ਉਹਨਾਂ ਦਾ ਕਹਿਣਾ ਸੀ ਕਿ ਉਦਯੋਗ ਜਿਹੜੇ ਉਹ ਸੁਤੰਤਰ ਹੋਣੇ ਚਾਹੀਦੇ ਆ, ਵਪਾਰ ਸੁਤੰਤਰ ਹੋਣਾ ਚਾਹੀਦਾ, ਇਹਨਾਂ ਉੱਤੇ ਕੋਈ ਬੰਦਿਸ਼ਾਂ ਨਹੀਂ ਹੋਣੀਆਂ ਚਾਹੀਦੀਆਂ। ਦੋਨੋਂ ਅਰਥ ਸ਼ਾਸਤਰੀ ਵਪਾਰ ਉੱਤੇ ਜਿਹੜੇ ਸੀਮਾ ਟੈਕਸ ਲਗਾਏ ਜਾਂਦੇ ਸੀ ਫਰਾਂਸ ਦੇ ਵਿੱਚ ਅਤੇ ਗਿਲਡ ਦੇ ਨਿਯਮ ਸੀਗੇ ਇਹਨਾਂ ਨੂੰ ਖਤਮ ਕਰਨਾ ਚਾਹੁੰਦੇ ਸੀ। ਤੁਰਗੋ ਵੀ ਇਹਨਾਂ ਅਰਥ ਸ਼ਾਸਤਰੀਆਂ ਦੇ ਵਿਚਾਰਾਂ ਦਾ ਸਮਰਥਕ ਸੀ। ਲੂਈ 16ਵੇਂ ਦੇ ਵਿੱਤ ਮੰਤਰੀ ਦੇ ਰੂਪ ਵਿੱਚ ਉਸਨੇ ਇਹਨਾਂ ਵਿਚਾਰਾਂ ਨੂੰ ਕਾਰਜ ਰੂਪ ਦੇਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਸ ਨੂੰ ਕੋਈ ਸਫਲਤਾ ਜਿਹੜੀ ਸੀ ਉਹ ਪ੍ਰਾਪਤ ਨਹੀਂ ਹੋਈ। ਇਸ ਤਰ੍ਹਾਂ ਦੇ ਨਾਲ ਵੱਖ-ਵੱਖ ਵਿਦਵਾਨਾਂ ਨੇ ਆਪਣੇ ਵਿਚਾਰਾਂ ਦੇ ਰਾਹੀਂ, ਆਪਣੀਆਂ ਪੁਸਤਕਾਂ ਦੇ ਰਾਹੀਂ ਫਰਾਂਸ ਦੀ ਕ੍ਰਾਂਤੀ ਦੇ ਲਿਆਉਣ ਵਿੱਚ ਬਹੁਤ ਜ਼ਿਆਦਾ ਯੋਗਦਾਨ ਪਾਇਆ। ਸੋ ਇੱਥੇ ਹੀ ਅੱਜ ਦਾ ਟੌਪਿਕ ਜਿਹੜਾ ਉਹ ਆਪਣਾ ਖਤਮ ਹੁੰਦਾ। ਧੰਨਵਾਦ।